ਇੰਨੀਆਂ ਠੋਕਰਾਂ ਦੇਣ ਲਈ ਤੇਰਾ ਧੰਨਵਾਦ ਐ ਜ਼ਿੰਦਗੀ, ਕੱਲਾ ਚੱਲਣਾ ਹੀ ਨਹੀਂ ਸੰਭਲਣਾ ਵੀ ਆ ਗਿਆ। ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੀ ਜ਼ਿੰਦਗੀ ਵੱਲੋਂ ਦਿੱਤੀਆਂ ਠੋਕਰਾਂ ਨੂੰ ਮੰਨ ਲੈਂਦੇ ਨੇ, ਉਹਨਾਂ ਨੂੰ ਐਕਸੈਪਟ ਕਰ ਲੈਂਦੇ ਨੇ ਤੇ ਉਹਨਾਂ ਤੋਂ ਡਰ ਕੇ ਜਿਹੜਾ ਹੈ ਉਹ ਬਹਿ ਜਾਂਦੇ ਨੇ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੀਆਂ ਜ਼ਿੰਦਗੀ ਦੀ ਦਿੱਤੀਆਂ ਠੋਕਰਾਂ ਨੂੰ ਚੈਲੰਜ ਕਰਦੇ ਨੇ, ਉਹਨਾਂ ਠੋਕਰਾਂ ਦੇ ਨਾਲ ਹੀ ਕੁਝ ਅਜਿਹੇ ਕੰਮ ਕਰ ਜਾਂਦੇ ਨੇ ਜੋ ਕਿ ਲੋਕਾਂ ਦੇ ਲਈ ਇੱਕ ਮਿਸਾਲ ਬਣ ਜਾਂਦੇ ਨੇ ਤੇ ਲੋਕਾਂ ਨੂੰ ਪ੍ਰੇਰਨਾ ਦਿੰਦੇ ਨੇ ਕਿ ਜੇਕਰ ਤੁਹਾਡੇ ਬਾਡੀ ਦੇ ਵਿੱਚੋਂ ਕੋਈ ਅੰਗ ਕੰਮ ਕਰਨਾ ਬੰਦ ਕਰ ਗਿਆ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਪਾਹਿਜ ਹੋ ਗਏ ਹੋ। ਇੱਕ ਅਜਿਹੀ ਹੀ ਮੈਡਮ ਸਾਡੇ ਨਾਲ ਮੌਜੂਦ ਨੇ ਜੋ ਕਿ ਜਲੰਧਰ ਦੇ GNDU ਰੀਜਨਲ ਕੈਂਪਸ ਦੇ ਲਾਅ ਡਿਪਾਰਟਮੈਂਟ ਦੇ ਵਿੱਚ ਪੜ੍ਹਾਉਂਦੇ ਨੇ। ਉਹ ਆਪ ਇੱਕ ਡੈਂਟਲ ਸਰਜਨ ਵੀ ਨੇ ਤੇ ਨਾਲ ਹੀ ਨਾਲ ਜਿਹੜੇ ਬੱਚੇ ਨੇ ਲਾਅ ਡਿਪਾਰਟਮੈਂਟ ਦੇ, ਜਿਹੜੇ ਲਾਅ ਪੜ੍ਹਦੇ ਨੇ, ਕਾਨੂੰਨ ਪੜ੍ਹਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਉਹ ਆਉਂਦੇ ਸਮੇਂ ਦੇ ਵਿੱਚ ਕਾਨੂੰਨ ਦੇ ਨਾਲ, ਕਾਨੂੰਨ ਦੇ ਦਾਅ ਪੇਚਾਂ ਦੇ ਨਾਲ ਲੋਕਾਂ ਨੂੰ ਇਨਸਾਫ ਦਿਵਾ ਸਕਣ। ਸਾਡੇ ਨਾਲ ਮੌਜੂਦ ਨੇ ਡਾਕਟਰ ਮੋਨਾ ਗੋਇਲ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਨੇ ਇਸ ਨੂੰ ਨਾਲ ਰੱਖਣਾ, ਇਸ ਨਾਲ ਲੜਨਾ ਤੇ ਲੋਕਾਂ ਨੂੰ ਪੜ੍ਹਾਉਣਾ ਵੀ ਹੈ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਕੋਈ ਐਗਜ਼ਾਮਪਲ ਸੈੱਟ ਹੋ ਰਹੇ ਨੇ। ਡਾਕਟਰ ਸਾਹਿਬ, ਸਭ ਤੋਂ ਵੱਡਾ ਸਵਾਗਤ ਹੈ ਦੈਨਿਕ ਸਵੇਰਾ TV ਦੇ ਉੱਤੇ। ਤੇ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਚਲੀ ਗਈ, ਕਿਉਂਕਿ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਸ਼ੁਰੂ ਤੋਂ ਇੱਦਾਂ ਨਹੀਂ ਸੀ, ਇੱਕ ਟਾਈਮ ਬਾਅਦ ਤੁਹਾਡੇ ਨਾਲ प्रॉब्लम वापरी है, किस तरह होया? मैं डेंटिस्ट्री कर रही थी नागपुर यूनिवर्सिटी में, और वहाँ पर फाइनल ईयर में मेरे को बहुत बार मलेरिया हुआ, से 6 to 10 टाइम्स एक 6 महीने में ही। और हर बारी जैसे हम आम चलते ही हैं कि क्लोरोक्विनीन ही उसका इलाज है, तो क्लोरोक्विनीन दी गई मेरे को एवरी टाइम आई यूज़ टू सफ़र फ्रॉम मलेरिया। लेकिन मतलब उस तो बाद मैं रियलाइज़ किया कि मेरी विजन थोड़ी कम हो रही है, तो मेरे चाचा डॉक्टर हैं, ही वॉज द वन हु डायग्नोज कि ये क्लोरोक्विनीन का साइड इफ़ेक्ट है जो मैकुला रेटिना डैमेज हो गया है, ये एनक लगाकर या ऐसे ठीक नहीं होने वाला। ਤੇ ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਫੈਸਲਾ ਕੀਤਾ ਕਿ ਜਦੋਂ ਅੱਖਾਂ ਦੀ ਰੋਸ਼ਨੀ ਚਲੀ ਗਈ, ਤੁਹਾਨੂੰ ਪਤਾ ਵੀ ਲੱਗ ਗਿਆ, ਪਹਿਲੀ ਗੱਲ ਤਾਂ ਇਹੀ ਕਿ ਤੁਸੀਂ ਆਪਣੀ ਉਸ ਤੋਂ ਬਾਅਦ ਲਾਈਫ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਨੂੰ ਵਾਪਸ ਟਰੈਕ ਤੇ ਲੈ ਕੇ ਆਂਦਾ ਤੇ ਨਾਲ ਨਾਲ ਤੁਸੀਂ ਫੈਸਲਾ ਲਿੱਤਾ ਕਿ ਤੁਸੀਂ ਲਾਅ ਡਿਪਾਰਟਮੈਂਟ ਦੇ ਬੱਚਿਆਂ ਨੂੰ पढ़ाना? सर, एक बारी जब मेरी आंखों की प्रॉब्लम आई तो मैं और मेरे पेरेंट्स, मेरी पूरी फैमिली, हम लोग डिप्रेशन में चले गए, हम लोग टूट चुके थे। लेकिन मेरे एक और चाचा हैं, वो इंग्लैंड सेटल्ड है, वो मेरे को अपने साथ इंग्लैंड ले गए और उन्होंने मेरे को जीना सिखाया। हर वीकेंड पे सैटरडे को चाचा जी ने मेरे को अपने साथ ले जाना और मैंने ऐसे लोगों से बातचीत करनी जिन लोगों की जो विजुअली इम्पेयर्ड थे, उन लोगों से बात करके मेरे को पता चला कि ये ज़िंदगी का अंत नहीं है, अभी भी जिया जा सकता है और मैंने कोई ऐसा कोई क्राइम नहीं कर दिया कि मेरे को लोगों से मुँह छुपाना है, आई कैन स्टिल लिव। तो ਉਸ ਤੋਂ ਬਾਅਦ ਤੁਸੀਂ ਫਿਰ ਪੜ੍ਹਾਉਣ ਦਾ ਫੈਸਲਾ ਕਿਸ ਤਰ੍ਹਾਂ ਲਿੱਤਾ? मैं 3 साल ਉੱਥੇ ਲਗਾਏ ਤੇ ਉਸ ਤੋਂ ਬਾਅਦ ਮੈਂ ਇੰਡੀਆ ਵਾਪਸ ਆਈ। ਮੇਰੇ ਬ੍ਰਦਰ ਕਾਰਡਿਕ ਸਰਜਨ ਹੈ ਤੇ ਉਹ PGI ਕੰਮ ਕਰ ਰਹੇ ਸੀਗੇ ਉੱਥੇ। ਸਮਹਾਉ ਔਰ ਦੀ ਅਦਰ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੁਝ 2-3 ਕੋਰਸਿਸ ਹੈਗੇ ਆ ਜਿਹੜੇ ਕਿ ਉਹ ਵਿਜ਼ੂਅਲੀ ਇੰਪੇਅਰਡ ਸਟੂਡੈਂਟਸ ਉੱਥੇ ਉਹ ਐਡਮਿਟ ਕਰ ਸਕਦੇ ਆ, ਤੇ ਉਹਨਾਂ ਦੇ ਵਿੱਚੋਂ ਇੱਕ ਲਾਅ ਸੀਗਾ। मेरे को प्रॉस्पेक्टस आए, एक MBA, एक MBA की ऑप्शन थी, एक B.Ed की ऑप्शन थी, लेकिन आई ऑप्टेड फॉर लॉ बिकॉज जब मैं छोटी भी होती थी ना तो आई वॉज फैसिनेटेड विद ब्लैक कोट्स, मेरे को अच्छा लगता था, तो इसलिए मैंने लॉ शुरू करा पढ़ना। ਤੇ ਜਦੋਂ ਤੁਹਾਡਾ ਕਿਸ ਤਰ੍ਹਾਂ ਜਿਹੜਾ GNDU ਦੇ ਵਿੱਚ ਜਿਹੜਾ ਜਿਸ ਇਸ ਵੇਲੇ ਯੂਨੀਵਰਸਿਟੀ 'ਚ ਤੁਸੀਂ ਯੂਨੀਵਰਸਿਟੀ ਦੇ ਕੈਂਪਸ 'ਚ ਤੁਸੀਂ ਪੜ੍ਹਾਉਂਦੇ ਪਏ ਹੋ, ਤੁਹਾਡਾ ਇੱਥੇ ਸਿਲੈਕਸ਼ਨ ਕਿੱਦਾਂ ਹੋਇਆ? मैंने LLB तो करी है पंजाब यूनिवर्सिटी चंडीगढ़ से। उसके बाद ब्रदर वहाँ पर MCH कर रहे थे, वो जलंधर वापस आए, उनके साथ मेरे को भी आना पड़ा बिकॉज एज इट इज़ हॉस्टल में रहना पॉसिबल नहीं था मेरे लिए। तो यहाँ पर आके एडवर्टीज़मेंट आई LLM के लिए GNDU की, तो मैंने वो टेस्ट क्लियर करा तो मैंने LLM में एडमिशन ले ली। LLM में जब मैंने एडमिशन ली तो मेरा अभी LLM मैंने कंप्लीट नहीं करी थी, मेरे को लॉ डिपार्टमेंट जलंधर से कॉल आई कि क्या आप पढ़ाना चाहते हो? मैंने कहा जी मैं पढ़ाना चाहती हूँ। तो मैंने आई जस्ट जॉइन, मैंने 1 साल बिना पैसे के ऑनरेडी काम करा यहाँ पर,
और उसके बाद डॉक्टर आर के मरवाहा थे यहाँ पर हेड, उन्होंने मेरे को पार्ट टाइम जॉब दी और फिर धीरे धीरे करके कॉन्ट्रैक्ट पे आती रही मैं, और 2014 में एडवर्टीज़मेंट आई परमानेंट पोस्ट की और उसमें मेरी सिलेक्शन हुई फिर। ਤੇ ਜੇ ਮੈਂ ਗੱਲ ਕਰਾਂ ਜਦੋਂ ਤੁਸੀਂ, ਕਿਉਂਕਿ ਅੱਖਾਂ ਦੀ ਰੋਸ਼ਨੀ ਨਾ ਹੋਣਾ ਕਿਸੇ ਨਾ ਕਿਸੇ ਕਈ ਦਿੱਕਤਾਂ ਉਹਦੇ ਕਰਕੇ ਸਾਹਮਣਾ ਕਰਨਾ ਪੈਂਦਾ। ਤੁਸੀਂ ਘਰੋਂ ਇੱਥੇ ਆਉਂਦੇ ਹੋ, ਜਦੋਂ ਤੁਸੀਂ ਪਹਿਲਾਂ ਵੀ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ ਹੋਣਾ ਕਾਫੀ ਦਿੱਕਤਾਂ ਸਾਹਮਣੇ ਆਈਆਂ ਹੋਣੀਆਂ ਕਿ ਤੁਸੀਂ ਜਦੋਂ ਕਾਲਜ ਵੀ ਆਉਂਦੇ ਹੋ, ਪੌੜੀਆਂ ਵੀ ਚੜ੍ਹਨੀਆਂ, ਡਿਪਾਰਟਮੈਂਟ ਤੱਕ ਪਹੁੰਚਣਾ, ਕਈ ਵਾਰੀ ਜਿਸ ਕਲਾਸ 'ਚ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋਣੇ ਹੋ ਉਸ ਕਲਾਸ ਦੇ ਵਿੱਚ ਵੀ ਕਈ ਵਾਰੀ ਕੁਝ ਬੱਚੇ ਹੁੰਦੇ ਨੇ ਜਿਹੜੇ ਕਿਤੇ ਨਾ ਕਿਤੇ ਨੌਨ ਸੀਰੀਅਸਨੈਸ ਦਿਖਾ ਕੇ ਸ਼ਾਇਦ ਕੁਝ ਸ਼ਰਾਰਤੀ ਹੋ ਜਾਂਦੇ ਨੇ ਬੱਚੇ, ਉਹਨਾਂ ਨੂੰ ਫਿਰ ਤੁਸੀਂ ਕਿਸ ਤਰੀਕੇ ਮੈਨੇਜ ਕਰਦੇ ਸੀ, ਕਿਸ ਤਰੀਕੇ ਦੇ ਨਾਲ ਤੁਸੀਂ अपनी ਜਿਹੜੇ ਇਸ ਕਰੀਅਰ ਨੂੰ ਮੈਨੇਜ ਕੀਤਾ? सर हम लोग लॉ डिपार्टमेंट में पढ़ाते हैं, एज़ इट इज़ ये सब्जेक्ट लॉ ऐसा है ना कि लाइक सब कहते हैं कि यहाँ पे शरारती बच्चे ज़्यादा आते हैं, लेकिन बच्चों को संभालना आज की डेट में हर टीचर के लिए चैलेंज है, हर टीचर के लिए चैलेंज है। बच्चे अगर शरारत मेरी क्लास में करते हैं तो सब क्लासों में करते हैं, इट इज़ अ चैलेंज फॉर एवरीबडी, और एंड सो इज़ ट्रू विद मी ऑल्सो, मेरे को भी उसी चैलेंज को फेस करना पड़ता है। हाँ, मेरी लिमिटेशंस के साथ बच्चे शरारतें ज़रूर करते हैं, बच्चे शरारतें ज़रूर करते हैं, और उसके लिए मेरे को अपने आप को ही ये चीज़ मैंने अपने दिमाग में बैठाई हुई है कि लेक्चर इस तरह से तैयार करना है कि लोगों को मेरी क्लास की सीरियसनेस का पता होना चाहिए कि मैडम पढ़ा रही है, ये चीज़ें अगर हम बाहर जाएंगे तो इस तरह से कोई नहीं समझाएगा। लाइक मैं अपना लेक्चर जब तैयार करती हूँ तो मैं इस हिसाब से तैयार करके जाती हूँ कि कोई ये ना बोले कि मैडम बेचारी लाइक आई है, सुन लो, मैडम को इतनी प्रॉब्लम है। मैं लेक्चर ये सोच के तैयार करती हूँ कि बच्चे ये बोलें कि मैडम इतनी प्रॉब्लम्स के बाद भी लेक्चर तैयार करके आती है तो भी बेस्ट लेक्चर होता है मैडम का। मैं इस वे से तैयार करती हूँ, और जो मेरी क्लास में बैठता है उसको ये बात पता होती है। अगर ज़रा देखो, भगवान अगर एक दरवाज़ा बंद करता है ना तो 10 और खोलता भी है। अगर सपोज़ मेरी विज़न लाइक मेरे को नहीं दिखाई देता तो मेरी सुनने की जो शक्ति है ना, मुझे ऐसा लगता है कि आगे से डबल हो गई है। ज़रा सा कोई मिसचिफ करता है क्लास में, मेरे को उसी समय पता लग जाता है। आई जस्ट पॉइंट आउट, और बच्चों को पता है कि मैडम ने उठाकर क्लास से बाहर निकाल देना है, तो दे अंडरस्टैंड द सीरियसनेस ऑफ माई क्लास, और मेरे स्टूडेंट्स मेरे को पूरा कोऑपरेट करते हैं। डिपार्टमेंट में आकर मेरे को कोई दिक्कत नहीं होती। मेरे कोलीग्स, मेरा फ्रेंड्स, दे टेक एक्स्ट्रा केयर ऑफ़ मी, दे टेक एक्स्ट्रा केयर ऑफ़ मी, तो कोई दिक्कत नहीं आती। बाकी अपने ऑफिस से क्लास तक जाना, वो मतलब मैंने वोकेशनल रिहेबिलिटेशन ट्रेनिंग सेंटर में ब्रेल सीखी थी, इंग्लिश, पंजाबी और हिंदी में मैंने ब्रेल सीखी थी वहाँ पर। तो वहाँ पर थोड़ा सा मैंने ओरिएंटेशन प्रोग्राम्स भी करे हुए हैं, हाउ टू मूव अबाउट मैंने सीखा है वहाँ से। और मैंने जैसे अपने यहाँ से किसी क्लासरूम तक जाना है, मैंने स्टेप्स गिने होते हैं, लाइक दीज मैनी स्टेप्स एंड आई विल रीच द लेक्चर स्टैंड, दिस इज़ व्हाट आई डू। मतलब स्टैप्स ਦਾ ਗਿਣਤੀ ਦਾ ਹਿਸਾਬ ਰੱਖ ਕੇ ਤੁਸੀਂ ਆਪਣਾ ਜਿਹੜਾ ਹੈ ਜਿਹੜੀ ਮਿੱਥੀ ਹੋਈ ਕਲਾਸ ਤੇ ਤੁਸੀਂ ਪਹੁੰਚਦੇ ਹੋ। ਇਸ ਇੰਟਰਵਿਊ ਨੂੰ ਆਪਾਂ ਐਂਡ 'ਚ ਲੈ ਕੇ ਜਾਂਦੇ ਹਾਂ। ਜੇ ਆਪਾਂ ਗੱਲ ਕਰੀਏ ਕਿ ਉਹ ਲੋਕ ਜਿਹੜੇ ਹੁਣ ਇਸ ਵੇਲੇ ਨਹੀਂ ਦੇਖ ਸਕਦੇ, ਕੁਝ ਲੋਕ ਉਹਨਾਂ 'ਚ ਅਜਿਹੇ ਵੀ ਹੁੰਦੇ ਨੇ ਜਿਹੜੇ ਹਿੰਮਤ ਹਾਰ ਜਾਂਦੇ ਨੇ, ਜਿਹੜੇ ਕਹਿੰਦੇ ਨੇ ਕਿ ਸ਼ਾਇਦ ਆਪਾਂ ਹੁਣ ਕੁਝ ਕਰ ਨਹੀਂ ਸਕਦੇ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜਦੋਂ ਅੱਖਾਂ ਚਲੀਆਂ ਜਾਂਦੀਆਂ ਨੇ ਤੇ ਲੋਕ ਜਿਹੜੇ ਨੇ ਦੁਨੀਆ ਨੂੰ ਦੇਖਣਾ ਛੱਡ ਦਿੰਦੇ ਨੇ। ਤੁਹਾਡੇ ਹਿਸਾਬ ਨਾਲ ਕੀ ਲੋਕਾਂ ਦਾ ਨਜ਼ਰੀਆ ਹੋਣਾ ਚਾਹੀਦਾ ਜਿਸ ਦੇ ਨਾਲ ਜੇ ਬਾਈ ਚਾਂਸ ਅਜਿਹੀ ਕਿਸੇ ਨੂੰ ਪ੍ਰੋਬਲਮ ਆ ਚੁੱਕੀ ਹੋਈ ਹੈ ਤੇ ਉਸ ਨੂੰ ਕਿਸ ਨਜ਼ਰੀਏ ਦੇ ਨਾਲ ਦੁਨੀਆ ਨੂੰ ਦੇਖਣਾ ਚਾਹੀਦਾ ਤਾਂ ਕਿ ਦੁਨੀਆ ਦੇ ਵਿੱਚ ਉਹ ਕਦੀ ਵੀ ਕਿਸੇ ਵੀ ਮੋੜ ਤੇ ਜਾ ਕੇ ਹਿੰਮਤ ਨਾ ਹਾਰ ਸਕੇ? तो मैं तो यही कहूँगी कि हिम्मत बंदे नूं नहीं हारनी चाहिए। और मेरे फादर या मैं अपने आप नूं हमेशा इक्को ही चीज़ के उपर या याद करती हैं, खुद ही को कर बुलंद इतना कि खुदा इंसान से खुद पूछे बता तेरी रज़ा क्या है। कोई साडा मजाक ना उड़ा सके, कोई साडा फ़ायदा ना चक सके, इसके लिए किस हिम्मत नहीं हारनी चाहिए। अगर हमें दिखाई नहीं देता तो हमारी उसमें कोई गलती नहीं है, हमारी उसमें कोई गलती नहीं है। देखो हमारी सोसाइटी क्या बोलती है, डिसेबिलिटी एक अभिशाप है, चाहे वो बचपन से होए और चाहे वो ऐसे होए जैसे मुझे हुआ है। और हमारी सोसाइटी इस हद तक जाती है कि वो ये भी बोलती है कि सब कर्मों की सज़ा है। कर्म कहाँ से बीच में आ गए? एक जो बच्चा पैदा होता है उसको अगर दिखाई नहीं देता तो ऐसे बच्चे के कर्म कहाँ से आ गए बीच में, या उसके माँ बाप के कर्म कैसे आ गए? ये अगर एटीट्यूड रखेंगे तो ऑब्वियसली हम लोग दुनिया में कुछ नहीं कर पाएंगे। हिम्मत नहीं हारनी चाहिए, भगवान हमारे साथ है। अगर भगवान ने हमें ये तकलीफ़ दी है तो इससे निकलने का रास्ता भी भगवान नहीं देगा। इसीलिए मैं कह रही हूँ खुद ही को कर बुलंद इतना कि खुदा इंसान से खुद पूछे बता तेरी रज़ा क्या है।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਤੁਸੀਂ ਅੱਜ ਸਾਡਾ ਕੀਤੀਆਂ ਨੇ ਉਹ ਕੁਝ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਣ ਜਿਹੜੇ ਕਿ ਆਪਣੀ ਡਿਸੇਬਿਲਿਟੀ ਦੇ ਕਰਕੇ ਇਸ ਵੇਲੇ ਹਿੰਮਤ ਹਾਰੀ ਬੈਠੇ ਨੇ ਤੇ ਸ਼ਾਇਦ ਉਹਨਾਂ ਨੂੰ ਇੱਕ ਨਵਾਂ ਰਸਤਾ ਮਿਲੇ, ਉਹਨਾਂ ਨੂੰ ਜ਼ਿੰਦਗੀ ਜੀਣ ਦਾ ਇੱਕ ਨਵਾਂ ਜ਼ਰੀਆ ਮਿਲੇ ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਣ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਇਹ ਸਨ ਸਾਡੇ ਨਾਲ ਡਾਕਟਰ ਮੋਨਾ ਗੋਇਲ ਹੈ, ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਦੋਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਵਾਪਸ ਟਰੈਕ ਤੇ ਲਿਆਂਦਾ, ਕਿਸ ਤਰ੍ਹਾਂ ਆਪਣੀ ਜਿਹੜੀ ਸਟੱਡੀ ਲਾਅ ਦੀ ਪੂਰੀ ਕੀਤੀ। ਹਾਲਾਂਕਿ ਉਹ ਡੈਂਟਿਸਟਰੀ ਪੜ੍ਹ ਰਹੇ ਸੀ ਜਦੋਂ ਉਹਨਾਂ ਨਾਲ ਇਹ ਹਾਦਸਾ ਹੋਇਆ ਕਿ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ, ਬਟ ਫਿਰ ਵੀ ਉਹਨਾਂ ਨੇ ਉਸ ਤੋਂ ਬਾਅਦ ਲਾਅ ਦੀ ਜਿਹੜੀ ਹੈ ਬ੍ਰੇਲ ਦੇ ਵਿੱਚ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਅੱਜ ਉਹ ਜਿਹੜਾ ਲਾਅ ਡਿਪਾਰਟਮੈਂਟ ਹੈ GNDU ਦਾ ਉਹਦੇ ਵਿੱਚ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ ਤੇ ਨਾਲ ਹੀ ਨਾਲ ਲੋਕਾਂ ਨੂੰ ਇੱਕ ਨਵਾਂ ਰਸਤਾ ਵੀ ਸਿਖਾ ਰਹੇ ਨੇ, ਜਿਸ ਨਾਲ ਜਿਹੜੇ ਲੋਕ ਜਿਨ੍ਹਾਂ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਆ ਚੁੱਕੀ ਹੈ, ਜਿਨ੍ਹਾਂ ਦੇ ਸਰੀਰਕ ਤੌਰ 'ਤੇ ਕੋਈ ਇੱਦਾਂ ਦੀ ਪ੍ਰੋਬਲਮ ਆ ਚੁੱਕੀ ਹੈ, ਉਹ ਇੱਕ ਵਧੀਆ ਰਾਹ ਤੁਰ ਸਕਣ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਹੋਰ ਵਧੀਆ ਹੋ ਸਕੇ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਹਿਲ ਨਰੂਲਾ, दैनिक सवेरा TV जलंधर। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप। आपकी समस्या का हल होगा 31 घंटों में। फिर देर किस बात की? स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।